प्यारे साथियों, जय भीम, जय भारत, जय मूलवासी। काफ़ी महीनों तो साढ़े साथी, चाहे वो अमेरिका चाहे पंजाब या किते हो रहा है, वो सरदार मल सिंह की किताब ते चर्चा कर रहे हैं। मैं अजे ये ज्यादा ध्यान नहीं दे सकिया, पर मोटिया मोटिया गल्लां मेरे दिमाग च हमेशा रहिंदियां। जदों मैं अपने साथियों को सुनदा तो मैनू काफ़ी तसल्ली हुंदी है कि उन्होंने बहुत सारे नुकते निगाह तो उस किताब का निरीक्षण किया और वो तसल्ली बख्श है। मैं उन्हों का धन्यवाद करने वास्ते, क्योंकि मैं वह हिस्सा मैं एक निशाना है उस किताब का। इस करके मेरा हक बनता है कि या कहो फर्ज बनता कि मैं अपने साथियों का धन्यवाद करा। इस दे नाल ही मैं कुछ गल्लां जरूरी कहनिया चाहना है कि एक किताब पता नहीं क्यों मैनू शक रहिंदी है कि ये सरदार मल सिंह की लिखी हुई नहीं है। ये बहुत सारे कारण हैं और वो कारण ने जोरदार है, जिन्हां तो आसानी नाल समझा जा सकता है कि किताब लिखी नहीं गई, लिखवाई गई है। और मैं इस गल का अंदाजा भी ला सकता कि किहड़े किहड़े लोग इस किताब नूं लिखाउण दे मगर खड़ोते आ, किन्हां दी मानसिकता जिहड़ी है उन्होंने इस किताब नूं लिखे जाण लई यतन कीते है या साधन वरते। और ये बिल्कुल साफ है मेरे मन च कि ये किताब लिखी नहीं गई, लिखवाई गई है। और इस किताब दे विच मुख रूप विच बाबा साहब डॉक्टर अंबेडकर का जिहड़ा सिख बनना है उन्होंने उस मसले नूं उलझाया गया। और मैं इहदा काफ़ी तसल्ली बख्श उत्तर दे सकदा, वक्त लगेगा। और दूसरे नंबर ते बाबा साहब नूं उलझा के ये साबित करने की कोशिश की गई है कि सिख जिहड़े इन्होंने बाबा साहब का साथ दिता और बाबा साहब का विरोध नहीं किया। मैं इत्थे एक गल जरूर कहूँगा कि सानू जिहड़े साथी किसी खास मिशन नाल जुड़े हुए और खास करके बहुजन समाज के मिशन नाल जुड़े हुए है,
ਉਹਨਾਂ ਨੂੰ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਸਮਾਜ ਦੋ ਭਾਗਾਂ 'ਚ ਵੰਡਿਆ ਰਹਿੰਦਾ ਹਮੇਸ਼ਾ। ਇੱਕ ਉਹ ਲੋਕ ਹੁੰਦੇ ਆ ਜਿਹੜੇ ਮੁੱਠੀ ਭਰ ਹੁੰਦੇ ਆ ਔਰ ਸੱਚਾਈ ਦੇ ਨਾਲ ਖੜੇ ਹੁੰਦੇ ਆ। ਇੱਕ ਉਹ ਲੋਕ ਹੁੰਦੇ ਆ ਜਿਨ੍ਹਾਂ ਦੀ ਪੂਰੀ ਭੀੜ ਹੁੰਦੀ ਹੈ ਔਰ ਉਹ ਵਿਰੋਧ 'ਚ ਖੜੇ ਰਹਿੰਦੇ ਆ। ਅਗਰ ਤੁਸੀਂ ਦੋਨਾਂ ਨੂੰ ਇੱਕੋ ਪੈਮਾਨੇ ਤੇ ਲੈ ਕੇ ਰੱਖੋਗੇ ਜਾਂ ਦੋਨਾਂ ਦੀ ਦਲੀਲ ਹੈ ਜਿਹੜੀ ਉਹਦਾ ਇਸਤੇਮਾਲ ਕਰੋਗੇ ਤਾਂ ਤੁਸੀਂ ਸਹੀ ਨਿਰਣਾ ਨਹੀਂ ਕਰ ਸਕਦੇ। ਤੁਹਾਨੂੰ ਦੋ ਪਹਿਲੂ ਅਲੱਗ-ਅਲੱਗ ਹੀ ਰੱਖਣੇ ਪੈਣਗੇ। ਇੱਕ ਪਹਿਲੂ ਜਿਹੜਾ ਸੱਚਾਈ ਦੇ ਰਸਤੇ ਤੇ ਤੁਰਨ ਵਾਲਾ ਹੈ ਔਰ ਉਹਦੀ ਗਿਣਤੀ ਬਹੁਤ ਘੱਟ ਹੋਏਗੀ, ਔਰ ਦੂਸਰਾ ਪਹਿਲੂ ਜਿਹਦੀ ਗਿਣਤੀ ਬਹੁਤ ਜ਼ਿਆਦਾ ਹੋਏਗੀ ਔਰ ਉਹ ਗਲਤ ਰਸਤੇ, ਵਿਰੋਧੀ ਰਸਤੇ ਤੇ ਤੁਰਨ ਵਾਲਾ ਹੁੰਦਾ ਹੈ। ਤੁਸੀਂ ਸਮਾਜ ਨੂੰ ਜਿੱਥੇ ਵੀ ਮਰਜ਼ੀ ਪਰਖੋ, ਦੇਖੋ, ਜਿਸ ਵੀ ਘਟਨਾ ਦਾ ਨਿਰਣਾ ਕਰੋ, ਉਹ ਨਿਰਣਾ ਕਰਦਿਆਂ ਤੁਹਾਨੂੰ ਇਹ ਦੋ ਗੱਲਾਂ ਅਗਰ ਜਾਂ ਤਾਂ ਤੁਸੀਂ ਇਹਨੂੰ ਜਿਹੜਾ ਵੱਜਣ ਨਹੀਂ ਦਿੰਦੇ ਜਾਂ ਫਿਰ ਦੋਨੇ ਗੱਲਾਂ ਜਿਹੜੀਆਂ ਉਹਨਾਂ ਦਾ ਅਲੱਗ-ਅਲੱਗ ਨਿਰਣਾ ਨਹੀਂ ਕਰਦੇ ਜਾਂ ਫਿਰ ਤੁਸੀਂ ਉਹਨੂੰ ਇਗਨੋਰ ਕਰਦੇ ਆ। ਇਹ ਮੂਲ ਕਾਰਨ ਹੈ ਕਿ ਤੁਸੀਂ ਸਹੀ ਜਿਹੜੀ ਉਹਦਾ ਸਿੱਟਾ ਨਹੀਂ ਕੱਢ ਸਕਦੇ ਜਾਂ ਤੁਸੀਂ ਔਲਾਰ ਪੱਖ ਵੱਲ ਜਾਓਗੇ। ਸਾਡਾ ਮਕਸਦ ਜਿਨ੍ਹਾਂ ਲੋਕਾਂ ਨੇ ਮਨੁੱਖ ਦੀ ਆਜ਼ਾਦੀ ਵਾਸਤੇ ਲੜਨਾ ਹੁੰਦਾ ਹੈ, ਉਹਨਾਂ ਨੇ ਸੱਚਾਈ ਵਾਲੇ ਰਸਤੇ ਖੜਨਾ ਹੁੰਦਾ ਹੈ। ਉਹ ਝੰਜਟ ਪੈਦਾ ਨਹੀਂ ਕਰਦੇ, ਝਮੇਲਾ ਪੈਦਾ ਨਹੀਂ ਕਰਦੇ, ਅਲਝਾਉਂਦੇ ਨਹੀਂ ਹੈ ਔਰ ਗਲਤ ਰਸਤੇ ਤੇ ਜਾ ਰਹੇ ਬੰਦਿਆਂ ਨੂੰ ਕੋਈ ਤਰਜੀਹ ਨਹੀਂ ਦਿੰਦੇ। ਮੈਂ 30 ਕਿਤਾਬਾਂ ਲਿਖੀਆਂ ਔਰ ਤੁਸੀਂ ਮੇਰੀਆਂ ਕਿਤਾਬਾਂ ਅਗਰ ਪੜ੍ਹੀਆਂ ਜਾਂ ਪੜ੍ਹੋਗੇ, ਜਾਂ ਮੈਂ ਅਪੀਲ ਕਰਦਾ ਕਿ ਤੁਸੀਂ ਜ਼ਰੂਰ ਪੜ੍ਹੋ, ਤਾਂ ਤੁਸੀਂ ਦੇਖੋਗੇ ਕਿ ਮੈਂ ਉਹਦੇ 'ਚ ਝੂਠ ਵਾਲੇ ਪਾਸੇ ਨੂੰ ਕੋਈ ਤਰਜੀਹ ਨਹੀਂ ਦਿੰਦਾ। ਮੈਂ ਉਹਨਾਂ ਲੋਕਾਂ ਨੂੰ ਜਿਹੜੇ ਇੱਕ ਤਰਫਾ ਵਿਰੋਧ 'ਚ ਖੜੋਤੇ ਹੈ ਉਹਨਾਂ ਨੂੰ ਕੋਈ ਵਜਨ ਨਹੀਂ ਦਿੰਦਾ, ਕਿਉਂਕਿ ਮੇਰਾ ਮਸਲਾ ਆਜ਼ਾਦੀ ਦਾ ਮਸਲਾ ਹੈ, ਮੇਰਾ ਮਸਲਾ ਬਰਾਬਰੀ ਦਾ ਮਸਲਾ ਹੈ, ਮੇਰਾ ਮਸਲਾ ਸਨਮਾਨ ਦਾ ਮਸਲਾ, ਸਵੈਮਾਨ ਦਾ ਮਸਲਾ ਹੈ, ਮੇਰਾ ਮਸਲਾ ਭਾਈਚਾਰੇ ਦਾ ਮਸਲਾ ਹੈ। ਹੁਣ ਇਹਦੇ 'ਚ ਮੈਂ ਥੋੜ੍ਹੀ ਗੱਲ ਕਰਨੀ ਠੀਕ ਸਮਝੂੰਗਾ ਕਿ ਜਦੋਂ ਤੁਸੀਂ ਸਿੱਖਾਂ ਬਾਰੇ ਗੱਲ ਕਰੋਗੇ ਤਾਂ ਤੁਹਾਨੂੰ ਦੋ ਹੀ ਪੱਖ ਅਲੱਗ-ਅਲੱਗ ਰੱਖਣੇ ਪੈਣਗੇ। ਤੁਹਾਨੂੰ ਬਹੁ ਗਿਣਤੀ ਸਿੱਖਾਂ ਦੀ ਜਾਤੀਵਾਦੀ ਰੱਖਣੀ ਪਏਗੀ ਔਰ ਇਹ 100% ਸੱਚ ਹੈ ਕਿ ਸਿੱਖ ਬਹੁ ਗਿਣਤੀ 'ਚ ਜਾਤੀਵਾਦੀ ਹੈ, ਚਾਹੇ ਉਹ ਸਿੱਧੇ ਰੂਪ 'ਚ ਜਾਤੀਵਾਦੀ ਦਿਸਣ, ਚਾਹੇ ਉਹ ਟੇਢੇ ਢੰਗ ਨਾਲ ਦਿਸਣ, ਚਾਹੇ ਉਹ ਜਾਤੀਵਾਦੀਆਂ ਦੇ ਨਾਲ ਖੜੇ ਹੋਣ ਉੱਥੇ ਦਿਸਣ, ਜਾਂ ਉਹ ਸਿਸਟਮ ਜਿਹੜੀ ਵਿਵਸਥਾ ਬਣਾਈ ਵੀ ਆ ਉਹਨਾਂ ਨੇ ਉਹਦੇ ਵਿੱਚ ਉਹ ਜਾਤ ਨੂੰ ਪਹਿਲ ਦਿੰਦੇ ਹੋਣ ਤੇ ਨੀਵੀਆਂ ਜਾਤਾਂ ਨੂੰ ਆਪਣੇ ਬਰਾਬਰ ਦੇ ਨਾ ਸਮਝਦੇ ਹੋਣ। ਇਹਦੇ ਬਹੁਤ ਸਾਰੇ ਨੁਕਤੇ ਹੈ ਜਿਨ੍ਹਾਂ ਤੇ ਤੁਸੀਂ ਇਹ ਸਾਬਤ ਕਰ ਸਕਦੇ ਆ ਕਿ ਸਿੱਖ ਬਹੁ ਗਿਣਤੀ ਜਾਤੀਵਾਦੀ ਹੈ।
और दूसरी चीज, सिखां दे विच घट तबका है जिहड़ा जातिवादी नहीं है, या बहुत घट जातिवादी है, या वो जात नूं बहुती अहमियत नहीं दिंदा, ਉਹਦਾ ਵਰਤਾਰਾ ਚੰਗੇ ਮਨੁੱਖਾਂ ਵਾਲਾ ਹੈ, ਪਰ ਉਹਦੀ ਗਿਣਤੀ ਬਹੁਤ ਘੱਟ ਹੈ। ਉਹ ਦਬਾਅ ਨਹੀਂ ਬਣਾ ਸਕਦਾ। ਤੇ ਜਦੋਂ ਹੀ ਕਿਤੇ ਜਾਤੀਵਾਦ ਦਾ ਮਸਲਾ ਆਉਂਦਾ ਹੈ, ਜਿਵੇਂ ਪਿੰਡ ਦੇ ਵਿੱਚ ਤੁਸੀਂ ਦੇਖੋ ਕਿ ਬਾਈਕਾਟ ਹੁੰਦਾ ਹੈ, ਜਾਂ ਦਿਹਾੜੀ ਦਾ ਮਸਲਾ ਆਉਂਦਾ ਹੈ, ਤਾਂ ਉਸ ਵੇਲੇ ਜਿਹੜੇ ਸਿੱਖਾਂ ਨੂੰ ਅਸੀਂ ਠੀਕ ਸਿੱਖਾਂ 'ਚ ਸ਼ਾਮਲ ਕਰਦੇ ਹਾਂ, ਜਿਹੜੀ ਗਿਣਤੀ ਨੂੰ ਅਸੀਂ ਚੰਗੇ ਲੋਕਾਂ 'ਚ ਸ਼ਾਮਲ ਕਰਦੇ ਹਾਂ, ਉਹ ਸਾਰੇ ਦੇ ਸਾਰੇ ਜਾਤੀਵਾਦੀਆਂ ਨਾਲ ਖੜੇ ਹੁੰਦੇ ਆ। ਕੋਈ ਇੱਕ ਅੱਧਾ ਉਹਨਾਂ 'ਚੋਂ ਲੁਕਿਆ ਛਿਪਿਆ ਭਾਵਾਂ ਦੂਜੇ ਪਾਸੇ ਖੜ ਜਾਏ, ਪਰ ਬਹੁ ਗਿਣਤੀ ਜਿਹੜੀ ਹੈ ਲਗਭਗ 99%, ਚਾਹੇ ਉਹ ਕਾਮਰੇਡ ਹੋਣ, ਚਾਹੇ ਉਹ ਅਮਰਧਾਰੀ ਹੋਣ, ਚਾਹੇ ਉਹ ਸਿੱਖ ਹੋਣ, ਚਾਹੇ ਉਹ ਗੁਰਦੁਆਰੀਏ ਹੋਣ, ਚਾਹੇ ਉਹ ਰਾਗੀ ਹੋਣ, ਚਾਹੇ ਉਹ ਕੁਛ ਵੀ ਹੋਣ, ਉਹ ਜਾਤੀਵਾਦੀ ਲੋਕਾਂ ਨਾਲ ਕਦਮ ਮਿਲਾ ਕੇ ਚੱਲਣ ਵਾਲੇ ਹੋਣਗੇ। ਇਸੇ ਤਰ੍ਹਾਂ ਹੋਰ ਬਹੁਤ ਸਾਰੇ ਨੁਕਤੇ ਆ ਜਿੱਥੇ ਉਹ ਆਪਣੇ ਆਪ ਨੂੰ ਅਲੱਗ ਨਹੀਂ ਕਰਦੇ। ਹੋਰ ਪਿੰਡ ਦੇ ਬਹੁਤ ਸਾਰੇ ਮਸਲੇ ਹੁੰਦੇ ਆ। ਮੈਂ ਇੱਕ ਬਹੁਤ ਵੱਡਾ ਮਸਲਾ ਤੁਹਾਡੇ ਸਾਹਮਣੇ ਰੱਖਣਾ ਚਾਹੂੰਗਾ। ਕਿਸੇ ਵੀ ਪਿੰਡ 'ਚ ਜਦ ਗੁਰਦੁਆਰੇ ਇੱਕ ਕੀਤੇ ਜਾਂਦੇ ਆ, ਜਾਂ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਗੁਰਦੁਆਰੇ ਇੱਕ ਕੀਤੇ ਜਾਣ, ਤਾਂ ਪਿੰਡ ਦੇ ਜਿਹੜੇ ਇਹ ਸਿੱਖ ਸਰਦਾਰ ਹੈ, ਜਾਣੀ ਜੱਟ ਜਾਤੀ ਦੇ ਲੋਕ ਆ ਜਿਹੜੇ, ਜਾਂ ਇਹਨਾਂ ਨਾਲ ਕੁਛ ਤਖਾਣ ਛੀਵੇ ਵੀ ਰਲੇ ਹੁੰਦੇ ਆ, ਕਿਉਂਕਿ ਇਹ ਵੀ ਆਪਣੇ ਆਪ ਨੂੰ ਫੰਨੇ ਖਾ ਸਮਝਦੇ ਆ। ਇਹ ਰਲ ਕੇ ਜਿਹੜਾ ਗੁਰਦੁਆਰਾ ਜੱਟਾਂ ਦੇ ਪੱਖ 'ਚ, ਜਾਣੀ ਜੱਟਾਂ ਦੇ ਅਧੀਨ ਹੁੰਦਾ ਹੈ, ਉਹਨੂੰ ਮੰਨਦੇ ਆ। ਨਾ ਇਹ ਤਖਾਣਾ ਦੇ ਗੁਰਦੁਆਰੇ 'ਚ, ਨਾ ਇਹ ਚਮਾਰਾਂ ਦੇ ਗੁਰਦੁਆਰੇ 'ਚ, ਨਾ ਇਹ ਮਜ਼੍ਹਬੀਆਂ ਦੇ ਗੁਰਦੁਆਰੇ 'ਚ, ਨਾ ਕਿਸੇ ਹੋਰ ਗੁਰਦੁਆਰੇ 'ਚ ਆਪਣੀ ਮਾਣ ਸਨਮਾਨ ਵਾਲੀ ਗੱਲ ਸਮਝਦੇ ਆ। ਜਾਣੀ ਉਹਨੂੰ ਪਹਿਲ ਨਹੀਂ ਦਿੰਦੇ, ਉਹਨੂੰ ਅਹਿਮੀਅਤ ਵੀ ਨਹੀਂ ਦਿੰਦੇ, ਉਹਨੂੰ ਦੂਜਾ ਗੁਰਦੁਆਰਾ ਕਹਿੰਦੇ ਆ। ਔਰ ਇਕੱਲਾ ਦੂਜਾ ਗੁਰਦੁਆਰਾ ਨਹੀਂ ਕਹਿੰਦੇ, ਵੱਡਾ ਤੇ ਵੱਡਾ ਗੁਰਦੁਆਰਾ ਕਹਿੰਦੇ ਆ, ਜਿਹੜਾ ਉਹਨਾਂ ਦੇ ਆਪ ਦੇ ਹੱਥ 'ਚ ਹੁੰਦਾ, ਜਿੱਥੇ ਉਹਨਾਂ ਦੀ ਕਮੇਟੀ ਬਣਾਈ ਹੁੰਦੀ ਆ, ਜਿੱਥੇ ਪਿੰਡ ਦੇ ਜ਼ਿਆਦਾ ਪ੍ਰੋਗਰਾਮ ਹੁੰਦੇ ਆ, ਉਹਨੂੰ ਵੱਡਾ ਗੁਰਦੁਆਰਾ ਕਹਿ ਕੇ ਅਹਿਮੀਅਤ ਦਿੱਤੀ ਜਾਂਦੀ ਹੈ। ਤਾਂ ਉਸ ਵੇਲੇ ਇਹ ਅਹਿਮੀਅਤ ਦੇਣ ਵੇਲੇ ਪਿੰਡ ਦਾ ਕੋਈ ਵੀ ਆਦਮੀ ਦੂਸਰੀਆਂ ਜਾਤੀਆਂ ਦੇ ਗੁਰਦੁਆਰਿਆਂ ਨੂੰ ਅਹਿਮੀਅਤ ਨਹੀਂ ਦਿੰਦਾ। ਤਾਂ ਇਹ ਸਾਰੇ ਜਿਹੜੀਆਂ ਚੀਜ਼ਾਂ ਵਰਤਾਰੇ 'ਚ ਹੈ, ਇਹ 99% ਵਰਤਾਰੇ 'ਚ ਹੈ। ਕੁਛ ਪਿੰਡ ਹੈ, ਕਿਉਂਕਿ ਮੈਂ ਪੰਜਾਬ ਘੁੰਮਦਾ ਰਹਿੰਦਾ, ਕੁਛ ਪਿੰਡ ਹੈ ਜਿੱਥੇ ਚਾਹੇ ਚਮਾਰਾਂ ਦਾ ਗੁਰਦੁਆਰਾ ਹੋਵੇ, ਚਾਹੇ ਉਹ ਮਜ਼੍ਹਬੀ ਸਿੱਖਾਂ ਦਾ ਗੁਰਦੁਆਰਾ ਹੋਵੇ, ਜਾਂ ਤਖਾਣਾ ਦਾ ਗੁਰਦੁਆਰਾ ਹੋਵੇ, ਤਾਂ ਉੱਥੋਂ ਦੇ ਲੋਕ ਹੈ ਜਿਹੜੇ ਉਹ ਬਰਾਬਰੀ ਵਾਲਾ ਜਿਹੜਾ ਵਿਹਾਰ ਕਰਦੇ ਆ। ਕੁਛ ਪਿੰਡ, ਕੁਛ ਲੋਕ, ਕੁਛ ਪਿੰਡ। ਫਿਰ ਗੱਲ ਉੱਥੇ ਹੀ ਆ ਗਈ ਕਿ ਬਹੁਤ ਘੱਟ ਲੋਕ ਹੈ ਜਿਹੜੇ ਬਰਾਬਰੀ ਵਾਲਾ, ਭਾਈਚਾਰੇ ਵਾਲਾ, ਸਮਾਨਤਾ ਵਾਲਾ ਵਿਹਾਰ ਕਰਦੇ ਆ। ਬਹੁ ਗਿਣਤੀ ਲੋਕ ਵਿਰੋਧੀ ਲੋਕ ਹੈ, ਜਾਤੀਵਾਦੀ ਲੋਕ ਹੈ। ਸਮਾਜ ਭਾਰਤ ਦੇ ਵਿੱਚ ਇੱਕੋ ਇੱਕ ਸਮਾਜ ਸੀ, ਸਿੱਖ ਸਮਾਜ,
ਜਿਹੜਾ ਜਾਤੀ ਨੂੰ ਸਭ ਤੋਂ ਪਹਿਲਾਂ ਖਤਮ ਕਰ ਸਕਦਾ ਸੀ। ਇਹਦੀ ਬੁਨਿਆਦ ਹੀ ਜਾਤੀ ਦੇ ਖਿਲਾਫ ਹੈ। ਸਿੱਖ ਧਰਮ ਬੁਨਿਆਦੀ ਤੌਰ ਤੇ ਇਹਦੀ ਹੋਂਦ ਹੈ ਜਿਹੜੀ ਉਹ ਵਰਨ ਜਾਤ ਦੇ ਖਿਲਾਫ ਆ, ਬ੍ਰਾਹਮਣ ਦੇ ਖਿਲਾਫ ਹੈ। ਬਹੁਤ ਸਾਰੇ ਲੋਕ ਕਹਿਣਗੇ ਵੀ ਬ੍ਰਾਹਮਣ ਦੇ ਖਿਲਾਫ ਨਹੀਂ ਹੈ, ਤਾਂ ਮੈਂ ਇੱਥੇ ਠੋਕ ਵਜਾ ਕੇ ਕਹਿਣਾ ਕਿ ਇਹ ਬ੍ਰਾਹਮਣ ਦੇ ਖਿਲਾਫ ਹੈ। ਬ੍ਰਾਹਮਣ ਦੀ ਵਰਨ ਤੇ ਜਾਤ ਦੇ ਖਿਲਾਫ ਹੈ, ਛੂਆ-ਛਾਤ ਦੇ ਖਿਲਾਫ ਹੈ। ਔਰ ਇਹ ਬਾਣੀ 'ਚ ਹਜ਼ਾਰਾਂ ਵਾਰ ਲਿਖਿਆ ਆਇਆ। ਜੇ ਕੋਈ ਜਾਣ ਬੁੱਝ ਕੇ ਨਹੀਂ ਜਾਣਨਾ ਚਾਹੁੰਦਾ ਤਾਂ ਉਹ ਖੁਦ ਜਾਤੀਵਾਦੀ ਹੈ। ਸੈਂਕੜੇ ਸ਼ਬਦ ਬ੍ਰਾਹਮਣ ਦੇ ਖਿਲਾਫ ਆ ਸਿੱਧੇ, ਸੈਂਕੜੇ ਜਾਤੀ ਦੇ ਖਿਲਾਫ ਹੈ, ਸੈਂਕੜੇ ਵਰਨ ਦੇ ਖਿਲਾਫ ਹੈ, ਸੈਂਕੜੇ ਸ਼ਬਦ ਆ ਜਿਹੜੇ ਦੇਵੀ ਦੇਵਤਿਆਂ ਦੇ ਖਿਲਾਫ ਹੈ। ਜਾਣੀ ਪੂਰੀ ਬਾਣੀ ਦੇ ਵਿੱਚੋਂ 80% ਬਾਣੀ ਹੈ ਜਿਹੜੀ ਉਹ ਬ੍ਰਾਹਮਣੀ ਵਿਵਸਥਾ ਤੇ ਬ੍ਰਾਹਮਣ ਦੇ ਸਾਰੀਆਂ ਸੰਸਥਾਵਾਂ ਉਹਨਾਂ ਦੇ ਖਿਲਾਫ ਹੈ। ਕੋਈ ਮੰਨਦਾ ਨਹੀਂ ਮੰਨਦਾ ਇਹ ਉਹਦਾ ਮਾਮਲਾ ਹੈ, ਪਰ ਧਰਮ ਹੈ ਜਿਹੜਾ ਸਿੱਖ ਧਰਮ, ਇਹ ਮੂਲ ਰੂਪ ਦੇ ਵਿੱਚ ਬ੍ਰਾਹਮਣੀ ਵਿਵਸਥਾ ਦੇ 100% ਖਿਲਾਫ ਹੈ। ਜਿਹੜੇ ਖਿਲਾਫ ਖੜਦੇ ਆ ਉਹ ਮੁੱਠੀ ਭਰ ਹੈ, ਕਿਉਂਕਿ ਮੈਂ ਉਹਨਾਂ ਨੂੰ ਵੀ ਜਾਣਦਾ, ਮੇਰਾ ਉਹਨਾਂ ਨਾਲ ਵਾਹ ਵੀ ਰਿਹਾ, ਮੈਂ ਉਹਨਾਂ ਨਾਲ ਬੈਠਿਆ ਵੀ ਹੈ, ਗੱਲਾਂ ਵੀ ਕੀਤੀਆਂ, ਔਰ ਉਹਨਾਂ ਦੇ ਅੰਦਰ ਇੱਕ ਪਵਿੱਤਰਤਾ ਵੀ ਹੈ, ਨਿਰਮਲਤਾ ਵੀ ਹੈ। ਪਰ ਬਹੁ ਗਿਣਤੀ ਲੋਕ ਆ ਜਿਹੜੇ ਵਿਰੋਧ 'ਚ ਖੜੇ ਆ। ਜਾਣੀ ਉਹੀ ਫਿਰ ਵੱਡਾ ਗੁਰਦੁਆਰਾ, ਦੂਜਾ ਗੁਰਦੁਆਰਾ ਇਕੱਠੇ ਕਰ ਲਓ। ਕਿੱਥੇ ਇਕੱਠੇ ਕਰ ਲਓ? ਵੱਡੇ ਗੁਰਦੁਆਰੇ ਇਕੱਠੇ ਕਰ ਲਓ। ਇਹ ਆਮ ਗੱਲਾਂ ਹੈ, ਨਿੱਤ ਦੀਆਂ ਗੱਲਾਂ। ਜਿਹੜੀ ਚੀਜ਼ ਅੱਜ ਚੱਲ ਰਹੀ ਹੈ, ਵਰਤਮਾਨ 'ਚ ਵਾਪਰ ਰਹੀ ਹੈ, ਜੇ ਸਿੱਖ ਕਹਿਣ ਕਿ ਅਸੀਂ ਤਾਂ ਵਿਤਕਰਾ ਨਹੀਂ ਕਰਦੇ, ਇਹ ਉਹ ਕਹਿ ਸਕਦੇ ਆ, ਅਸੀਂ ਨਹੀਂ ਮੰਨਦੇ ਇਹ ਗੱਲ। ਕਿਉਂ ਨਹੀਂ ਮੰਨਦੇ ਅਸੀਂ? ਕਿਉਂਕਿ ਜਿਹੜੀਆਂ ਗੱਲਾਂ ਮੈਂ ਕਹੀਆਂ ਉਹ ਵਾਪਰ ਰਹੀਆਂ, ਵਰਤ ਰਹੀਆਂ। ਉਹ ਅਜੇ ਬਹੁਤ ਸਾਰੀਆਂ ਜਾਤੀਆਂ ਜਿਹੜੀਆਂ ਪਿੱਛੇ ਖੜ ਗਈਆਂ, ਉਹਨਾਂ ਨਾਲ ਉਹ ਵਿਹਾਰ, ਮਨੁੱਖੀ ਵਿਹਾਰ ਨਹੀਂ ਕੀਤਾ ਜਾਂਦਾ। ਭਾਈਚਾਰਾ ਕਿਸ ਤਰ੍ਹਾਂ ਦਾ ਹੈ? ਸਧਾਰਨ ਭਾਈਚਾਰਾ ਹੈ। ਵਿਆਹ ਸ਼ਾਦੀ ਜਾਵੜੇ, ਕੋਈ ਚਲੋ ਪ੍ਰੋਗਰਾਮ ਹੋਇਆ ਕਿਤੇ ਉਹਦੇ ਚਲੇ ਗਏ, ਰਿਸ਼ਤਾ ਨਾਤਾ ਨਹੀਂ ਹੈ। ਭਾਈਚਾਰਾ ਰਿਸ਼ਤੇ ਨਾਤੇ ਚੋਂ ਪੈਦਾ ਹੁੰਦਾ ਹੈ, ਬਰਾਬਰੀ ਚੋਂ ਪੈਦਾ ਹੁੰਦਾ ਹੈ, ਸਨਮਾਨ ਚੋਂ ਪੈਦਾ ਹੁੰਦਾ ਹੈ। ਹੁਣ ਇਹ ਗੱਲ ਜਿਹੜੀ ਹੈ, ਅਗਰ ਤੁਸੀਂ ਦਿਮਾਗ 'ਚ ਨਹੀਂ ਰੱਖੋਗੇ ਤਾਂ ਤੁਸੀਂ ਡਾਕਟਰ ਅੰਬੇਡਕਰ ਦਾ ਮਸਲਾ ਸਹੀ ਮਾਨਿਆਂ 'ਚ ਹੱਲ ਨਹੀਂ ਕਰ ਸਕਦੇ। ਤੇ ਜਿਨ੍ਹਾਂ ਲੋਕਾਂ ਦੀ ਮਾਨਸਿਕਤਾ ਇਸ ਕਿਤਾਬ ਦੇ ਮਗਰ ਹੈ, ਮੈਂ ਉਹਨਾਂ ਚੋਂ ਬਹੁਤਿਆਂ ਨੂੰ ਪਛਾਣਦਾ ਹੈ। ਨੰਬਰ ਦੂਜਾ ਨੁਕਤਾ, ਇਹਦੇ 'ਚ ਕੁਛ ਐਸੇ ਵੀ ਲੋਕ ਹੈ ਜਿਨ੍ਹਾਂ ਦਾ ਮੇਰੇ ਨਾਲ, ਜਿੱਥੇ ਮੇਰਾ ਸਵਾਲ ਆ ਜਾਂਦਾ ਹੈ, ਮੇਰੇ ਨਾਲ ਉਹਨਾਂ ਦਾ ਕੋਈ ਬਹੁਤ ਅੱਛਾ ਵਿਹਾਰ ਨਹੀਂ ਹੈ। ਉਹ ਵੀ ਇਹਦੇ ਵਿੱਚ ਸ਼ਾਮਲ ਹੈ। ਉਹ ਮੁੱਕਰ ਸਕਦੇ ਆ, ਉਹ ਮੁੱਕਰ ਸਕਦੇ ਆ, ਪਰ ਮੇਰੀ ਪਛਾਣ ਚੋਂ ਬਾਹਰ ਨਹੀਂ ਆ। ਜਿਵੇਂ ਇਹ ਗਿਆਨਸ਼ੀਲ ਦਾ ਨਾਂ ਲੈਣਾ, ਮੈਂ ਗਿਆਨਸ਼ੀਲ ਮੇਰੇ ਨਾਲ ਸਾਲ 2 ਸਾਲ, ਅਸੀਂ ਸਾਲ 2 ਸਾਲ ਇਕੱਠੇ ਰਹਿ ਗਏ। ਇੱਕ ਵਿਰੋਧੀ ਮਾਨਸਿਕਤਾ ਨਾਲ ਰਿਹਾ ਮੇਰੇ ਨਾਲ ਹਮੇਸ਼ਾ। ਔਰ ਜਿਸ ਦਿਨ
ਇਹਦੇ ਤੇ ਚਰਚਾ ਹੋਈ ਹੈ, ਉਹਦੀ ਉਹ ਵਿਰੋਧੀ ਮਾਨਸਿਕਤਾ ਕੰਮ ਕਰ ਰਹੀ ਸੀ ਉੱਥੇ। ਬਾਅਦ ਚੋਂ ਬਦਲਿਆ, ਕਿਉਂ ਬਦਲਿਆ ਇਹ ਤਾਂ ਉਹ ਜਾਣਦਾ, ਉਹਨੇ ਆਪਣੀ ਮਾਨਸਿਕਤਾ ਕਿਉਂ ਬਦਲੀ ਉਹ ਜਾਣਦਾ। ਉਸ ਤੋਂ ਬਾਅਦ ਆਉਂਦਾ ਸਿੱਖਾਂ ਦੇ ਵਿੱਚ ICS ਕਪੂਰ ਸਿੰਘ। ਇੱਕ ਬਹੁਤ ਵੱਡਾ ਨੁਕਤਾ ਹੁੰਦਾ ਹੈ ਕਿ ਕਿਸੇ ਸਮਾਜ ਦੇ ਵਿੱਚ ਕਿਸੇ ਦੀ ਲਿਖਤ ਨੂੰ ਬੈਨ ਕਰ ਦੇਣਾ ਔਰ ਉਹਦੀ ਉੱਚਤਾ ਨੂੰ ਬੈਨ ਕਰ ਦੇਣਾ, ਇਹ ਸਬੂਤ ਹੁੰਦਾ ਹੈ ਕਿ ਉਹ ਆਦਮੀ ਜ਼ਿਆਦਾ ਸੱਚਾਈ ਦੇ ਨੇੜੇ ਹੈ। ICS ਕਪੂਰ ਸਿੰਘ ਵਰਗਾ ਬੁੱਧੀਮਾਨ ਲੇਖਕ ਸਿੱਖਾਂ 'ਚ ਬਹੁਤ ਘੱਟ ਪੈਦਾ ਹੋਇਆ, ਅਗਰ ਹੋਇਆ ਵੀ ਹੈ ਤਾਂ ਬਹੁਤ ਘੱਟ, ਰੇਅਰ। ਔਰ ਜਿਹੜੇ ਇੱਕ ਥੋੜੀਆਂ ਜਿਹੀਆਂ ਜਮਾਤਾਂ ਪਾਸ ਕਰਕੇ ਇੱਕ ਆਦਮੀ ਜਿਹੜਾ ਲੇਖਕ ਵੀ ਨਹੀਂ ਹੈ, ਹਿਸਟੋਰੀਅਨ ਵੀ ਨਹੀਂ ਹੈ, ਜਿਹੜਾ ਰਾਜਨੀਤਿਕ ਤੌਰ ਤੇ ਵੀ ਮਤਲਬ ਜਿਹੜਾ ਹੈਗਾ ਉਹ ਇੰਨਾ ਜ਼ਿਆਦਾ ਐਕਸਪਰਟ ਨਹੀਂ ਹੈ, ਮਾਹਰ ਨਹੀਂ ਹੈ, ਉਹ ਆਦਮੀ ਜਦੋਂ ICS ਕਪੂਰ ਸਿੰਘ ਨੂੰ ਕੱਟਦਾ ਹੈ, ਪੂਰੀ ਤਰ੍ਹਾਂ ਕੱਟਦਾ ਹੈ, ਬਾਬਾ ਸਾਹਿਬ ਦੇ ਮਸਲੇ 'ਚ ਰੱਦ ਕਰਦਾ ਉਹਨੂੰ, ਤਾਂ ਇਸ ਮਨੁੱਖ ਨੂੰ ਸਿੱਖਾਂ ਨੇ ਵਰਿਆਂ ਵੱਧੀ ਨਕਾਰ ਕੇ ਰੱਖਿਆ। ਇਹ ਤਾਂ ਕੋਈ ਨਹੀਂ ਭੁੱਲਿਆ ਕਿ ਨਕਾਰਿਆ ਜਾਣ ਵਾਲਾ ਮਨੁੱਖ ਸੀ। ਔਰ ਇਹੀ ICS ਕਪੂਰ ਸਿੰਘ ਸਿੱਖਾਂ ਦੇ ਵਿੱਚ ਦੋ ਹੀ ਆਦਮੀ ICS ਬਣੇ, ਇੱਕ ਰੰਧਾਵਾ ਔਰ ਇੱਕ ICS ਕਪੂਰ ਸਿੰਘ। ਰੰਧਾਵੇ ਦਾ ਆਪਣਾ ਫੀਲਡ ਸੀ, ਉਹਦੇ 'ਚ ਮਾਰ ਸੀ ਉਹ, ਪਰ ICS ਕਪੂਰ ਸਿੰਘ ਬੁੱਧੀਮਾਨੀ ਦੇ ਵਿੱਚ ਰੰਧਾਵੇ ਨਾਲੋਂ ਕਿਤੇ ਅੱਗੇ ਸੀ। ਜਿਹੜਾ ਆਦਮੀ ICS ਕਰਦਾ ਹੈ, ਅੰਗਰੇਜ਼ਾਂ ਵੇਲੇ ਡਿਪਟੀ ਕਮਿਸ਼ਨਰ ਰਹਿੰਦਾ ਹੈ, ਉਸ ਆਦਮੀ ਨੂੰ ਇੱਕ ਸਧਾਰਨ ਪੜ੍ਹਿਆ ਲਿਖਿਆ ਮਨੁੱਖ ਜਿਹੜਾ ਸਾਹਿਤਕਾਰ ਵੀ ਨਹੀਂ, ਇਤਿਹਾਸਕਾਰ ਵੀ ਨਹੀਂ, ਉਹ ਆਦਮੀ ਉਹਨੂੰ ਰੱਦ ਕਰਦਾ ਹੈ, ਤਾਂ ਇਹ ਅਜੀਬ ਲੱਗਦਾ ਹੈ। ਅਜੇ ਮੈਂ ਇਹਦੇ ਤੇ ਚਰਚਾ ਨਹੀਂ ਕਰੂੰਗਾ, ਪਰ ਇਹ ਬਹੁਤ ਅਜੀਬ ਲੱਗਦਾ ਹੈ। ਹੁਣ ਬਾਬਾ ਸਾਹਿਬ ਵੀ ਉਲਝਾ ਲਏ, ICS ਕਪੂਰ ਸਿੰਘ ਵੀ ਉਲਝਾ ਲਿਆ, ਦੋ ਬੰਦੇ ਤਾਂ ਇਹ ਉਲਝ ਗਏ, ਤਿੰਨੋਂ ਸਿੱਖ ਉਲਝਾ ਲਏ। ਜਿੰਨਾ ਸਿੱਖਾਂ ਨੇ ਬਾਬਾ ਸਾਹਿਬ ਦਾ ਸਾਥ ਦਿੱਤਾ, ਅਗਰ ਦੂਜੇ ਸਿੱਖ ਜਿਹੜੇ ਮਾਸਟਰ ਤਾਰਾ ਸਿੰਘ ਨਾਲ ਜੁੜੇ ਹੋਏ ਸੀ, ਅਗਰ ਉਹ ਵੀ ਸਾਥ ਦਿੰਦੇ, ਬਰਾਬਰ ਖੜਦੇ, ਤਾਂ ਹੋ ਸਕਦਾ ਹੈ ਜੇ 5 ਕਰੋੜ 6 ਕਰੋੜ 7 ਕਰੋੜ ਨਾ ਸਹੀ ਤਾਂ ਘੱਟੋ ਘੱਟ 1 ਕਰੋੜ 2 ਕਰੋੜ ਜਿਹੜੇ ਅਛੂਤ ਹੈ ਉਹ ਸਿੱਖ ਹੁੰਦੇ ਪੂਰੇ ਭਾਰਤ 'ਚ, ਔਰ ਸਾਰੇ ਅੰਮ੍ਰਿਤਧਾਰੀ ਹੁੰਦੇ। ਵੱਡੀ ਗੱਲ ਇਹ ਆ ਕਿ ਸਾਰੇ ਅੰਮ੍ਰਿਤਧਾਰੀ ਹੁੰਦੇ, ਤਾਂ ਅੱਜ ਭਾਰਤ ਦੇ ਕੋਨੇ ਕੋਨੇ ਦੇ ਵਿੱਚ ਇਕੱਲੇ ਜੱਟ ਸਿੱਖ ਨਾ ਹੁੰਦੇ, ਭਾਰਤ ਦੇ ਕਰੋੜਾਂ ਅਛੂਤ ਵੀ ਸਿੱਖ ਹੁੰਦੇ, ਔਰ ਉਹਨਾਂ 'ਚੋਂ ਲੱਖਾਂ ਅੰਮ੍ਰਿਤਧਾਰੀ ਹੁੰਦੇ। ਇਹਦਾ ਮਤਲਬ ਲੱਖਾਂ ਹਥਿਆਰਬੰਦ ਹੁੰਦੇ। ਬਾਬਾ ਸਾਹਿਬ ਨੂੰ ਸਮਝਣਾ ਬਹੁਤ ਔਖਾ ਹੈ। ਜਦ ਉਹਨਾਂ ਨੇ 1950 ਦੇ ਵਿੱਚ ਸੰਵਿਧਾਨ ਲਿਖਦਿਆਂ
ਕੱਲੇ ਸਿੱਖਾਂ ਨੂੰ ਕਿਰਪਾਨ ਦਾ ਅਧਿਕਾਰ ਦਿੱਤਾ ਤਾਂ ਇਹ ਜਣੇ ਖਣੇ ਦੇ ਵੱਸ ਦਾ ਰੋਗ ਨਹੀਂ ਹੈ। ਇਸ ਗੱਲ ਨੂੰ ਸਮਝਣਾ। ਇਹ ਜਣੇ ਖਣੇ ਨਹੀਂ ਸਮਝ ਸਕਦਾ ਇਸ ਗੱਲ ਨੂੰ। ਤਾਂ ਤਿੰਨ ਚੀਜ਼ਾਂ ਇਹ ਉਲਝ ਗਿਆ। ਚੌਥਾ ਮੈਂ ਤਾਂ ਐਡਾ ਵੱਡਾ ਆਦਮੀ ਨਹੀਂ ਹੈ। ਮੈਂ ਕੋਈ ਬਹੁਤ ਵੱਡਾ ਆਦਮੀ ਨਹੀਂ ਹੈ। ਵੱਡਾ ਕਿ ਮੈਂ ਵੱਡਿਆਂ ਚ ਹੈ ਹੀ नहीं। मेरी कोई इतनी औकात भी नहीं है। किथे बाबा साहब, किथे ICS कपूर सिंह ते किथे श्रोमणी कमेटी। मैनू किथे खड़ा कर लोगे तुसीं? किते भी नहीं। पर ये निजी मामलिਆਂ ਦੇ ਵਿੱਚ ਜਿਹੜੀ ਭਾਰਤੀ ਲੋਕ ਨੀਚ ਕਿਵੇਂ ਬਣੇ ਆ, ਇਹ ਉਹਦਾ ਮੁੱਦਾ ਹੈ। ICS ਕਪੂਰ ਸਿੰਘ ਦਾ ਜ਼ਿਕਰ ਜਿਹੜਾ ਠੋਕ ਵਜਾ ਕੇ ਕੀਤਾ ਤੇ ਪਹਿਲਾਂ ਕੀਤਾ, ਉਹ ਮੈਂ 1982, 83, 84 ਚ ਕਰਿਆ। ਜਦੋਂ ਇਹ ਕਿਤਾਬ ਬੈਨ ਸੀ ICS ਕਪੂਰ ਸਿੰਘ ਦੀ, ਜਦੋਂ ICS ਕਪੂਰ ਸਿੰਘ ਨੂੰ ਸਿੱਖਾਂ ਨੇ ਵੀ ਪ੍ਰਵਾਨ ਨਹੀਂ ਸੀ ਕੀਤਾ, ਉਹਨੂੰ ਇੱਕ ਤਰ੍ਹਾਂ ਰੱਦ ਕੀਤਾ ਹੋਇਆ ਸੀ ਇਹਨਾਂ ਨੇ। ਤਾਂ ਉਸ ਵੇਲੇ ਮੈਂ ICS ਕਪੂਰ ਸਿੰਘ ਦੀ ਕਿਤਾਬ ਪੜ੍ਹੀ। ਫਿਰ ਮੈਂ ਉੱਤੇ ਸੋਚਿਆ, ਉਹਨੂੰ ਸਮਝਿਆ, ਬਾਬਾ ਸਾਹਿਬ ਨੂੰ ਸਮਝਿਆ, ਬਾਬਾ ਸਾਹਿਬ ਦੇ ਉਪਦੇਸ਼ ਸਮਝੇ, ਬਾਬਾ ਸਾਹਿਬ ਦੇ ਨਿਸ਼ਾਨੇ ਸਮਝੇ, ਉਹਨਾਂ ਨੇ ਕਿੱਥੇ ਨਿਸ਼ਾਨਾ ਮਾਰਿਆ, ਕਿਵੇਂ ਮਾਰਿਆ, ਇਹ ਗੱਲ ਮੇਰੇ ਦਿਮਾਗ 'ਚ ਆਈ। ਤਾਂ ਮੈਂ ICS ਕਪੂਰ ਸਿੰਘ ਨੂੰ ਕੋਟ ਕੀਤਾ। ਤੇ ਉਹਦਾ ਸਿਰਲੇਖ ਕੀ ਸੀ ਕਿ ਡਾਕਟਰ ਅੰਬੇਡਕਰ ਸਿੱਖ ਕਿਉਂ ਨਾ ਬਣੇ। ਬਹੁਤ ਸਾਰੇ ਅੰਮ੍ਰਿਤਧਾਰੀ, ਬਹੁਤ ਸਾਰੇ ਸਿੱਖ, ਜਾਣੀ ਜਿਨ੍ਹਾਂ 'ਚ ਅਸੀਂ ਕਹਿ ਸਕਦੇ ਹਾਂ 10,000, 5,000, 10,000 ਬੰਦਾ ਐਸਾ ਵੀ ਤਿਆਰ ਹੋ ਗਿਆ, ਜਿਹਨੇ ਕਿਹਾ, ਜਿਹਨੇ ਲਿਖਿਆ, ਜਿਹਨੇ ਬੋਲਿਆ, ਜਿਹਨੇ ਪ੍ਰਚਾਰਿਆ ਕਿ ਜੇ ਡਾਕਟਰ ਅੰਬੇਡਕਰ ਨੂੰ ਸਿੱਖ ਸਵੀਕਾਰ ਕਰ ਲੈਂਦੇ, ਜਦੋਂ ਸਿੱਖ ਬਣ ਆਏ, ਤਾਂ 5-6 ਕਰੋੜ ਸਿੱਖ ਬਣ ਚੁੱਕੇ ਹੁੰਦੇ। ਅੱਜ ਮੁਸਲਮਾਨਾਂ ਤੋਂ ਬਾਅਦ ਦੂਜੀ ਵੱਡੀ ਗਿਣਤੀ ਸਿੱਖਾਂ ਦੀ ਹੋਣੀ ਸੀ। ਇਹ ਗੱਲ ਬਾਅਦ ਚ ਵੀ ਹੋ ਸਕਦੀ ਸੀ, ਇਹ ਬਾਅਦ ਚ ਵੀ ਹੋ ਸਕਦੀ ਸੀ। ਇਹ ਕੋਈ ਬਹੁਤ ਵੱਡੀ ਗੱਲ ਨਹੀਂ ਜਿਹੜੀ ਨਹੀਂ ਸੀ ਹੋ ਸਕਦੀ। ਤਾਂ ਇਹ ਸਾਰੀਆਂ ਚੀਜ਼ਾਂ, ਜਿਨ੍ਹਾਂ ਦੇ ਵਿੱਚ ਹੋਰ ਬਹੁਤ ਸਾਰੇ ਨੁਕਤੇ ਆ, ਜਿਨ੍ਹਾਂ ਨੂੰ ਅਸੀਂ ਸਾਹਮਣੇ ਰੱਖ ਸਕਦੇ ਹਾਂ, ਉਹਨਾਂ ਦਾ ਜ਼ਿਕਰ ਮੈਂ ਕਰੂੰਗਾ, ਬਿਲਕੁਲ ਕਰੂੰਗਾ। ਮੈਂ ਇੱਕ ਦਿਨ ਚੰਡੀਗੜ੍ਹ ਦੇ ਵਿੱਚ ਕਨਵੈਨਸ਼ਨ ਸੀ ਸਾਡੀ ਸਿੱਖਾਂ ਨਾਲ, ਖਾਲਿਸਤਾਨੀ ਸਿੱਖ ਉਹਦੇ 'ਚ ਆਏ ਹੋਏ ਸੀ। ਮੈਨੂੰ ਨਹੀਂ ਸੀ ਪਤਾ, ਮੈਂ ਜਾਣਦਾ ਨਹੀਂ ਸੀ, ਮੈਂ ਉਹਨਾਂ ਨੂੰ ਨਹੀਂ ਸੀ ਜਾਣਦਾ ਕਿ ਖਾਲਿਸਤਾਨੀ ਹੈ ਜਾਂ ਆਮ ਸਿੱਖ ਹੈ। BT ਰਾਜਸ਼ੇਖਰ, ਇੱਕ ਸਾਡੀ ਭੈਣ ਸਾਡੇ ਪਿੰਡਾਂ 'ਚੋਂ ਸੀ, ਡਾਕਟਰ, ਉਹ ਦਿੱਲੀ ਸੀ ਰਹਿੰਦੀ, ਉਹ ਸੀਗੀ ਮੇਰੇ ਨਾਲ, ਮੇਰੇ ਸਾਥੀ ਸੀ ਕੁਛ, ਉਹ ਨਾਲ ਸੀਗੀ 8-10 ਜਾਣੇ ਅਸੀਂ। ਤਾਂ ਮੈਂ ਜਦੋਂ ਇਹ ਗੱਲ ਕਹੀ ਕਿ ਇੱਕ ਪੰਜਾਬ ਜਿਹੜਾ ਬ੍ਰਾਹਮਣਵਾਦ ਦੇ, ਜਾਤੀਵਾਦ ਦੇ ਖਿਲਾਫ ਹੈ,
ਵਰਣ ਵੰਡ ਦੇ ਖਿਲਾਫ ਹੈ। ਔਰ ਜਿਹੜਾ ਭਾਈਚਾਰਾ ਬਣਾਉਣ 'ਚ ਸਭ ਤੋਂ ਮਜ਼ਬੂਤ ਸਿਧਾਂਤ ਹੈ, ਉਹਨੂੰ ਮੰਨਣ ਵਾਲੇ ਲੋਕ ਆ ਜਿਹੜੇ, ਉਹਨਾਂ ਦੇ ਹਰ ਪਿੰਡ ਦੇ ਵਿੱਚ ਦਲਿਤਾਂ ਦੇ ਤੇ ਬਾਕੀ ਜਾਤੀਆਂ ਦੇ ਵੱਡੀਆਂ ਦੇ ਸਿਵੇ ਵੱਖਰੇ ਆ। ਵਜਾਏ ਇਸ ਦੇ ਕਿ ਉਹ ਜਿਹੜੇ ਬਾਅਦ ਚ ਮੈਨੂੰ ਪਤਾ ਲੱਗਿਆ ਕਿ ਉਹ ਖਾਲਿਸਤਾਨੀ ਮਾਈਂਡ ਦੇ ਆਦਮੀ ਸੀ। ਬਾਅਦ ਚ ਕਿਸ ਤੋਂ ਪੁੱਛਿਆ ਮੈਂ ਤਾਂ ਉਹਨਾਂ ਨੇ ਦੱਸਿਆ, ਤਾਂ ਉਹ ਉੱਧੜ ਕੇ ਗਲ ਪੈਣ ਤੱਕ ਗਏ। ਜਾਣੀ ਉਹਨਾਂ ਦਾ ਐਂ ਜੀ ਕਰੇ ਵੀ ਮੈਨੂੰ ਕੁੱਟ ਦੇਣ। ਮੈਂ ਉਹਨਾਂ ਨੂੰ ਕਿਹਾ ਕਿ ਗੱਡੀ ਮੇਰੀ, ਤੇਲ ਮੇਰਾ, ਬੋਲੋ ਕਿਹੜੇ ਪਿੰਡ ਚੱਲਣਾ। ਤੁਸੀਂ ਜਿਹੜੇ ਕਹਿੰਦੇ ਆ ਕਿ ਪਿੰਡਾਂ 'ਚ ਸਿਵੇ ਵੱਖਰੇ ਨਹੀਂ ਹੈ, ਚਲੋ ਕਿਹੜੇ ਪਿੰਡ ਚੱਲਦੇ ਆ। ਪਿੰਡ ਵੀ ਤੁਸੀਂ ਚੁਣੋਗੇ, ਗੱਡੀ ਵੀ ਮੇਰੀ ਹੋਊਗੀ, ਤੇਲ ਵੀ ਮੇਰਾ ਹੋਊਗਾ, ਚਲਾਊਂਗਾ ਵੀ ਮੈਂ ਗੱਡੀ, ਤੇ ਤੁਸੀਂ ਪਿੰਡ ਦੱਸੋ ਕਿਹੜੇ ਚੱਲਣਾ, ਤੇ ਮੈਂ ਤੁਹਾਨੂੰ ਦਿਖਾ ਕੇ ਲਿਆਉਣਾ ਹੈ ਵੱਖਰੇ ਸਿਵੇ। ਇਹ ਲਗਭਗ 25 ਸਾਲ ਪੁਰਾਣੀ ਗੱਲ ਹੈ, ਜਾਂ 20 ਸਾਲ ਪੁਰਾਣੀ ਗੱਲ ਹੈ। ਤਾਂ ਜਿਹੜੇ ਆਪਣੇ ਆਪ ਨੂੰ ਖਾਲਿਸਤਾਨੀ ਕਹਾਉਂਦੇ ਸੀ, ਇਹ ਉਹਨਾਂ ਲੋਕਾਂ ਦਾ ਇਹ ਹਾਲ ਸੀ ਕਿ ਜ਼ਿੰਦਗੀ ਦਾ ਸੱਚ ਨਾ ਉਹ ਮੰਨਣ ਨੂੰ ਤਿਆਰ ਸੀ, ਨਾ ਉਹ ਦੇਖਣ ਨੂੰ ਤਿਆਰ ਸੀ। ਉਹਨਾਂ ਤੋਂ ਕਿਵੇਂ ਉਮੀਦ ਕਰ ਸਕਦੇ ਹਾਂ ਕਿ ਉਹ ਸਿੱਖੀ ਦਾ ਸਿਧਾਂਤ ਹੈ ਜਿਹੜਾ ਬਰਾਬਰੀ ਦਾ, ਭਾਈਚਾਰੇ ਦਾ, ਮਾਨ ਸਨਮਾਨ ਦਾ, ਸਵੈ ਮਾਨ ਦਾ, ਉਹਨੂੰ ਲਾਗੂ ਕਰ ਦੇਣਗੇ। ਘੱਟੋ ਘੱਟ ਮੈਂ ਉਹਨਾਂ ਤੋਂ ਉਮੀਦ ਨਹੀਂ ਕਰ ਸਕਦਾ। ਇਹ ਗੱਲਾਂ ਕੋਈ ਮੈਂ ਇਸ ਕਰਕੇ ਨਹੀਂ ਕਰ ਰਿਹਾ ਕਿ ਮੈਨੂੰ ਉਹਨਾਂ ਨਾਲ ਕੋਈ ਵਿਰੋਧ ਹੈ, ਵੈਰ ਹੈ ਕੋਈ ਉਹਨਾਂ ਨਾਲ, ਜਾਂ ਮੇਰੀ ਕੋਈ ਉਹਨਾਂ ਨਾਲ ਦੁਸ਼ਮਣੀ ਹੈ। ਮੈਂ ਇੱਕ ਸਮਾਜਿਕ ਵਿਵਸਥਾ ਜਿਹੜੀ ਬ੍ਰਾਹਮਣ ਨੇ ਬਣਾਈ ਔਰ ਸਿੱਖਾਂ ਨੇ ਉਹਨੂੰ ਲਾਗੂ ਰੱਖਿਆ, ਉਹਦੇ ਤੇ ਚਰਚਾ ਕਰੀ ਆ। ਔਰ ਇਹ ਮੇਰੀ ਚਰਚਾ ਬੜੀ ਛੋਟੀ ਚਰਚਾ ਹੈ। ਇਹ ਸਰਦਾਰ ਮਲ ਸਿੰਘ ਦੀਆਂ ਕਿਤਾਬਾਂ ਦੇ ਬਰਾਬਰ ਨਹੀਂ ਹੈ। ਉਹਦੀਆਂ ਵੱਡੀਆਂ ਕਿਤਾਬਾਂ 500-600 ਸਫ਼ੇ ਦੀਆਂ, ਉਹਨਾਂ ਦੇ ਬਰਾਬਰ ਨਹੀਂ ਹੈ। ਉਹਨੇ 100 ਕਿਤਾਬ ਵੀ ਪੜ੍ਹੀ ਹੋ ਸਕਦੀ, 20 ਵੀ ਪੜ੍ਹੀਆਂ ਹੋ ਸਕਦੀਆਂ, 50 ਵੀ ਪੜ੍ਹੀਆਂ ਹੋ ਸਕਦੀਆਂ, ਤਾਂ ਇਹ ਉਹਦੇ ਬਰਾਬਰ ਨਹੀਂ ਹੈ। ਉਹਦੇ ਮਗਰ ਕਿੰਨੇ ਲੋਕ ਖੜੇ ਆ, ਤੇ ਕੌਣ ਕੌਣ ਖੜੇ ਆ, ਤੇ ਕਿੱਡੇ ਕਿੱਡੇ ਦਿਮਾਗ ਖੜੇ ਆ, ਕਿੰਨੇ ਸੋਰਸਫੁਲ ਆਦਮੀ ਖੜੇ ਆ। ਮੈਂ ਉਹਨਾਂ ਦੇ ਬਰਾਬਰ ਨਹੀਂ ਆ। ਮੈਂ ਸਿਰਫ ਉਹਨਾਂ ਨੂੰ ਬਤੌਰ ਮਨੁੱਖ, ਭਾਈਬੰਦ ਮਨੁੱਖ, ਸਾਹਮਣੇ ਰੱਖ ਕੇ ਇੱਕ ਛੋਟੀ ਜਿਹੀ ਚਰਚਾ ਕਰ ਰਿਹਾ, ਤਾਂ ਕਿ ਮੈਂ ਇਹ ਦੱਸ ਸਕਾਂ ਕਿ ਆਉਣ ਵਾਲੇ ਸਮੇਂ 'ਚ ਜਦੋਂ ਵੀ ਮੇਰੀ ਸਿਹਤ ਠੀਕ ਹੋਈ ਜਾਂ ਮੈਨੂੰ ਥੋੜ੍ਹੀ ਜਿਹੀ ਵੇਲ ਮਿਲੀ, ਤਾਂ ਮੈਂ ਇਹਦੇ ਤੇ ਪੂਰੀ ਚਰਚਾ ਕਰੂੰਗਾ। ਇਹਨਾਂ ਕਿਤਾਬਾਂ ਨੂੰ ਮੈਂ ਪੜ੍ਹਨਾ, ਮੈਂ ਅਜੇ ਉੱਪਰ ਦੀ ਲੰਘਿਆ, ਇਹਨਾਂ ਦੇ ਕਾਫੀ ਕੁਛ ਨੋਟ ਕਰਿਆ ਹੈ, ਕਿਉਂਕਿ ਮੈਨੂੰ ਜ਼ਿਆਦਾ ਟਾਈਮ ਨਹੀਂ ਲੱਗਦਾ ਕਿਤਾਬ ਪੜ੍ਹਨ ਤੇ। ਤਾਂ ਮੈਂ ਇਹਨਾਂ ਕਿਤਾਬਾਂ ਨੂੰ ਚੰਗੀ ਤਰ੍ਹਾਂ ਪੜ੍ਹਨ ਤੋਂ ਬਾਅਦ
ਇਹਦੇ ਤੇ ਲਿਖਤੀ ਚਰਚਾ ਕਰੂੰਗਾ। ਤੇ ਮੈਂ ਧੰਨਵਾਦੀ ਹਾਂ ਉਹਨਾਂ ਸਾਰੇ ਸਾਥੀਆਂ ਦਾ ਜਿਹੜੇ ਸੱਚਾਈ ਦੇ ਰਸਤੇ ਤੇ ਖੜੋਤੇ ਹੈ ਔਰ ਜਿਹੜੇ ਸੱਚੀ ਦ੍ਰਿਸ਼ਟੀ ਤੋਂ, ਦੇਖੋ ਦੋ ਤਰ੍ਹਾਂ ਦੀ ਦ੍ਰਿਸ਼ਟੀ ਹੁੰਦੀ ਹੈ, ਇੱਕ ਅਕਲ ਹੁੰਦੀ ਹੈ, ਇੱਕ ਦ੍ਰਿਸ਼ਟੀ ਹੁੰਦੀ ਹੈ। ਅਕਲ ਅਕਸਰ ਕਿਹਾ ਜਾਂਦਾ ਕਿ ਅਕਲ ਬਹੁਤ ਵੱਡੀ ਚੀਜ਼ ਹੈ। ਆਮ ਆਦਮੀ ਇਹ ਮੰਨ ਲੈਂਦਾ ਕਿ ਅਕਲ ਸਭ ਤੋਂ ਵੱਡੀ ਚੀਜ਼ ਹੈ, ਪਰ ਮੈਨੂੰ ਪੜ੍ਹਦਿਆਂ ਪੜ੍ਹਦਿਆਂ ਅਹਿਸਾਸ ਹੋਇਆ ਕਿ ਅਕਲ ਤੋਂ ਵੱਡੀ ਚੀਜ਼ ਵੀ ਹੈ। ਅਗਰ ਨਹੀਂ ਉਹ ਤੁਹਾਡੇ ਕੋਲੇ ਤਾਂ ਅਕਲ ਵੀ ਕਿਸੇ ਕੰਮ ਦੀ ਚੀਜ਼ ਨਹੀਂ ਹੈ, ਉਹ ਦ੍ਰਿਸ਼ਟੀ ਹੁੰਦੀ ਹੈ। ਅਗਰ ਤੁਹਾਡੇ ਕੋਲ ਦ੍ਰਿਸ਼ਟੀ ਨਹੀਂ ਹੈ ਕਿ ਤੁਸੀਂ ਜਾਣਾ ਕਿਹੜੇ ਰਸਤੇ ਆ, ਤਾਂ ਤੁਹਾਡੀ ਅਕਲ ਵੀ ਕਿਸੇ ਕੰਮ ਦੀ ਨਹੀਂ ਹੈ। ਤਾਂ ਇਹ ਸਾਰੀਆਂ ਚੀਜ਼ਾਂ ਸਾਹਮਣੇ ਰੱਖ ਕੇ ਧੰਨਵਾਦ ਕਰਦਾ ਹੋਇਆ ਸਾਥੀਆਂ ਦਾ ਜਿਨ੍ਹਾਂ ਨੇ ਹੁਣ ਤੱਕ ਚਰਚਾ ਕੀਤੀ ਹੈ, ਉਹਨਾਂ ਦਾ ਧੰਨਵਾਦ ਕਰਦਾ ਹੋਇਆ ਰਜਾ ਲੈਣਾ। ਜੈ ਭੀਮ, ਜੈ ਭਾਰਤ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।